ਸੋਹੀ ਕੀ ਅੰਮ੍ਰਿਤਵਾਰ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੀ ਉਚਾਰਨ ਕੀਤੀ ਹੋਈ ਆਪਾਂ ਵਿਚਾਰ ਰਹੇ ਹਾਂ। 9 ਸ਼ਲੋਕ ਤੇ 9 ਪੌੜੀਆਂ ਪਿੱਛੇ ਸੰਪੰਨ ਹੋਈਆਂ। ਪਹਿਲੇ ਪਾਤਸ਼ਾਹ ਦਾ ਪਾਵਨ ਸ਼ਲੋਕ ਪ੍ਰਾਰੰਭ ਹੋ ਰਿਹਾ ਹੈ। ਜਗਤ ਗੁਰੂ ਬਾਬਾ ਜੀ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਪਵਿੱਤਰ ਚਰਨਾਂ ਵਿੱਚ ਆਪਣੀਆਂ ਹਾਜ਼ਰੀਆਂ ਲਵਾਉਂਦੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹੱਲਾ ਪਹਿਲਾ। ਵਾਹੋ ਖਸਮ ਤੂੰ ਵਾਹੋ ਜਿਨ ਰਚ ਰਚਨਾ ਹਮ ਕੀਏ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ, ਹੇ ਮੇਰੇ ਖਸਮ ਤੂੰ ਵਾਹ ਹੈ, ਹੇ ਮੇਰੇ ਸੁਆਮੀ ਤੂੰ ਵਾਹ ਹੈ। ਉਸੇ ਨੂੰ ਵੇਖ ਕੇ ਆਖਿਆ ਵਾਹਿਗੁਰੂ ਵਾਹਿਗੁਰੂ। ਹੇ ਸਾਹਿਬ ਤੂੰ ਵਾਹ ਹੈ, ਹੇ ਮੇਰੇ ਖਸਮ ਤੂੰ ਵਾਹ ਹੈ। ਕਿਉਂ ਨਾ ਹੋਵੇ ਵਾਹ ਜਿਸ ਨੇ ਇਹ ਸਾਰੀ ਰਚਨਾ ਰਚੀ ਹੈ। ਜਿਨ ਰਚ ਰਚਨਾ, ਜਿਸ ਨੇ ਆ ਸਾਰੀ ਰਚਨਾ ਜਿਹੜੀ ਨਜ਼ਰ ਆ ਰਹੀ ਹੈ ਰਚ ਕੇ ਹਮ ਕੀਏ ਅਸਮਾਦ ਜੈਸੇ ਮੇਰੇ ਵਰਗੇ ਕਰੋੜਾਂ ਜੀ ਜੰਤ ਉਹ ਵੀ ਕੀਤੇ ਨੇ, ਪੈਦਾ ਕੀਤੇ ਨੇ। ਹੇ ਮੇਰਿਆ ਮਾਲਕਾ ਤੂੰ ਵਾਹ ਹੈ, ਤੂੰ ਵਾਹ ਹੈ ਕਿ ਜਿਸ ਨੇ ਸਾਰੀ ਰਚਨਾ ਰਚੀ ਔਰ ਸਾਰੀ ਰਚਨਾ ਰਚ ਕੇ ਹਮ ਕੀਏ ਸਾਡੇ ਵਰਗੇ ਜੀਵ ਪੈਦਾ ਕੀਤੇ। ਅਸਮਾਦ ਜੈਸੇ ਕਰੋੜਾਂ ਅਰਬਾਂ ਖਰਬਾਂ ਜੀਵ ਹੇ ਵਾਹਿਗੁਰੂ ਜੀ ਤੁਸਾਂ ਨੇ ਪੈਦਾ ਕੀਤੇ। ਫਿਰ ਅੱਗੇ ਦੱਸਦੇ ਹਨ, ਸਾਗਰ ਲਹਿਰ ਸਮੁੰਦ ਸਰ ਵੇਲ ਵਰਸ ਵਰਾਹੋ। ਫਿਰ ਵਾਹਿਗੁਰੂ ਨੇ ਸਾਗਰ ਬਣਾਏ, ਸਾਗਰ ਦੇ ਪੁੱਤਰਾਂ ਵੱਲੋਂ ਬਣਾਏ। ਸਾਗਰ ਵੀ ਤਾਂ ਪਰਮੇਸ਼ਰ ਦੇ ਬਣਾਏ ਹੋਏ। ਲਹਿਰਾਂ ਪੈਦਾ ਕੀਤੀਆਂ, ਉਹ ਲਹਿਰਾਂ ਵੀ ਤੈਂ ਬਣਾਈਆਂ ਵਾਹਿਗੁਰੂ। ਸਮੁੰਦਰ ਵੀ ਤੈਂ ਰਚਿਆ। ਲਹਿਰ ਸਮੁੰਦ, ਸਮੁੰਦਰ ਤੇ ਸਮੁੰਦਰ ਵਿੱਚ ਉੱਠਣ ਵਾਲੀਆਂ ਲਹਿਰਾਂ ਵਾਹਿਗੁਰੂ ਜੀ ਉਹ ਵੀ ਤੁਹਾਡੀਆਂ ਬਣਾਈਆਂ ਹੋਈਆਂ ਨੇ। ਸਰ ਮਾਨ ਸਰੋਵਰ ਆਦਿਕ ਵਰਗੇ ਤਾਲ ਹੇ ਵਾਹਿਗੁਰੂ ਜੀ ਉਹ ਵੀ ਤੁਸੀਂ ਬਣਾਏ ਹੋਏ ਨੇ। ਵੇਲਾਂ ਬੂਟੇ ਇਹ ਸਭ ਤੁਸੀਂ ਬਣਾਏ ਹੋਏ ਨੇ। ਵਰਸ ਵਰਾਹੋ, ਆ ਜਿਹੜਾ ਮੀਂਹ ਵਰਸਦਾ ਮਹਾਰਾਜ ਇਹ ਮੀਂਹ ਵੀ ਤੁਹਾਡਾ ਪਾਇਆ ਹੋਇਆ ਵਰਸਦਾ ਹੈ, ਇਹ ਵੀ ਤੁਹਾਡਾ ਬਣਾਇਆ ਹੋਇਆ। ਵਰਾਹੋ ਪਹਾੜ ਆਦਿਕ ਵੀ ਹੇ ਪ੍ਰਭੂ ਜੀ ਤੁਹਾਡੇ ਕੀਤੇ ਹੋਏ ਨੇ। ਆਪ ਖੜੋਵੈ ਆਪ ਕਰ ਆਪੀਣ ਆਪਾਹੋ। ਕਹਿੰਦੇ ਸਾਰਾ ਮੀਂਹ ਵਰਸਾਇਆ ਹੋਇਆ ਵੀ ਤੁਹਾਡਾ, ਵਰਾਇਆ ਹੋਇਆ ਹੀ ਵਰਦਾ ਹੈ ਮਹਾਰਾਜ। ਫਿਰ ਹੇ ਪ੍ਰਭੂ ਸਾਰਾ ਕੁਝ ਬਣਾ ਕੇ ਉਹਦੇ ਵਿੱਚ ਤੁਸੀਂ ਆਪ ਖਲੋਤੇ ਹੋ। ਰਚ ਕੇ ਨਾ ਰਚਨਾ, ਉਹਦੇ ਵਿੱਚ ਖਲੋਤੇ ਹੋ, ਰਹਿੰਦੇ ਹੋ। ਆਪ ਖੜੋ ਵਹਿ, ਫਿਰ ਆਪ ਕਰ ਆਪ ਹੀ ਕਰਨ ਵਾਲੇ ਹੋ। ਆਪ ਪੀਣਾ ਆਪ ਆਹੋ। ਆਹਾ ਕਹਿੰਦੇ ਫਿਰ ਆਪ ਕਰਕੇ ਉਹਦੇ ਵਿੱਚ ਖਲੋ ਕੇ ਵਿੱਚ ਰਹਿ ਕੇ ਵੀ ਆਪ ਆਹੋ। ਆਪ ਆਹੋ ਦਾ ਮਤਲਬ ਹੈ ਨਿਸੰਗ ਹੋ, ਯਾਨੀ ਕਿ ਮਿਲੇ ਹੋਏ ਨਹੀਂ ਹੋ ਸਭ ਵਿੱਚ, ਸਭ ਵਿੱਚ ਰਹਿ ਕੇ ਵੀ ਸਭ ਤੋਂ ਨਿਰਲੇਪ ਹੋ, ਵੱਖਰੇ ਹੋ। ਗੁਰਮੁਖ ਸੇਵਾ ਥਾਏ ਪਵੈ ਓਨ ਮਨ ਤਤ ਕਮਾਹੋ। ਗੁਰਮੁਖਾਂ ਦੀ ਸੇਵਾ ਥਾਏ ਪੈਂਦੀ ਆ ਭਾਈ, ਜਿਹੜੇ ਗੁਰਮੁਖ ਹੋ ਕੇ ਸੇਵਾ ਕਰਦੇ ਆ। ਗੁਰਮੁਖ ਬਣ ਕੇ ਸੇਵਾ ਕਰਨੀ ਬੜੀ ਔਖੀ ਹੈ ਗੁਰੂ ਖਾਲਸਾ ਜੀ। ਗੁਰਮੁਖ ਹੋ ਕੇ ਸੇਵਾ ਕਰਨ ਦਾ ਮਤਲਬ ਆ ਸਮਰਪਣ ਹੋ ਕੇ ਗੁਰੂ ਅੱਗੇ ਆਪਣਾ ਆਪਾ ਵੇਚ ਕੇ ਗੁਰੂ ਕੀ ਸੇਵਾ ਕਰਨੀ। ਉਹ ਗੁਰਮੁਖਾਂ ਵਾਲੀ ਸੇਵਾ ਹੈ। ਸੇਵਾਵਾਂ ਥੋੜੀਆਂ ਨਹੀਂ ਹੁੰਦੀਆਂ, ਸੇਵਾਵਾਂ ਕਰਨ ਵਾਲੇ ਵੀ ਬੜੇ ਨੇ। ਬੜਿਆਂ ਦੀ ਗਿਣਤੀ ਹੈ ਜਿਹੜੇ ਕਹਿੰਦੇ ਅਸੀਂ ਸੇਵਾ ਕਰਦੇ ਹਾਂ।
ਪਰ ਗੁਰਮੁਖਾਂ ਵਾਲੀ ਸੇਵਾ ਤਾਂ ਕਿਸੇ ਕਰੋੜਾਂ ਵਿੱਚੋਂ ਵਿਰਲੇ ਦੇ ਹਿੱਸੇ ਆਉਂਦੀ ਹੈ। ਨਹੀਂ ਤਾਂ ਬਹੁਤਿਆਂ ਨੇ ਤਾਂ ਕੇਵਲ ਚਲੋ ਟਾਈਮ ਪਾਸ ਹੁੰਦਾ, ਵਾਹਵਾ ਰੌਣਕ ਮੇਲਾ ਹੁੰਦਾ, ਚੰਗੇ ਵਧੀਆ ਲੰਗਰ ਪਕਵਾਨ ਮਿਲ ਜਾਂਦੇ ਆ, ਛਕੜ ਨੂੰ ਕਰ ਲੋ ਸੇਵਾ। ਸੇਵਾ ਗੁਰਮੁਖਾਂ ਵਾਲੀ ਇੱਥੇ ਮਹਾਰਾਜ ਜੀ ਕਹਿੰਦੇ ਗੁਰਮੁਖ ਸੇਵਾ ਥਾਏ ਪਵੈ। ਗੁਰੂ ਬਾਬੇ ਦੇ ਬੋਲ ਨੇ ਸੇਵਾ ਬੜੀ ਦੁਨੀਆ ਕਰਦੀ ਹੈ, ਪਰ ਗੁਰਮੁਖਾਂ ਦੀ ਕੀਤੀ ਸੇਵਾ ਥਾਏ ਪੈਂਦੀ ਹੈ। ਓਨ ਮਨ ਤਤ ਕਮਾਹੋ। ਗੁਰਮੁਖ ਜਿਹੜੇ ਨੇ ਨਾ ਸੇਵਾ ਕਰਨ ਵਾਲੇ, ਓਨ ਮਨੀ ਅਵਸਥਾ 'ਚ ਜਾ ਕੇ, ਓਨ ਮਨ ਦਾ ਮਤਲਬ ਹੈ ਤੁਰਿਆ ਪਦ 'ਚ, ਜਿੱਥੇ ਆ ਮਨ ਨਾ ਰਹੇ ਉਹਨੂੰ ਕਹਿੰਦੇ ਨੇ ਓਨ ਮਨ। ਓਨ ਮਨੀ ਅਵਸਥਾ ਵਿੱਚ ਜਾ ਕੇ ਉਹ ਤਤ ਦੀ ਕਮਾਈ ਕਰਦੇ ਆ, ਤਤਵ ਕਮਾਉਂਦੇ ਆ। ਤਤ ਕੀ ਹੈ ਉਹਨੂੰ ਗ੍ਰਹਿਣ ਕਰਦੇ ਆ। ਹਾਂਜੀ, ਮਸਕਤ ਲਹੋ ਮਜੂਰੀਆ, ਮੰਗ ਮੰਗ ਖਸਮ ਦਰਾਹੋ। ਕਹਿੰਦੇ ਆਪਣੇ ਖਸਮ ਦੇ ਦਰ ਤੋਂ ਮੰਗ ਕੇ ਲੈ ਲੈਂਦੇ ਆ, ਮੰਗ ਮੰਗ ਕੇ ਲੈ ਲੈਂਦੇ ਆ ਕਿ ਮਸ਼ੱਕਤ ਕਰਦੇ ਆ, ਤੇ ਮਸ਼ੱਕਤ ਕਰਕੇ ਜਿਹੜੀ ਮਜ਼ਦੂਰੀ ਆ ਉਹ ਆਪਣੇ ਮਾਲਕ ਕੋਲੋਂ ਮੰਗ ਕੇ ਲੈ ਲੈਂਦੇ ਆ। ਕੀ ਮੰਗਦੇ ਆ ਮਜ਼ਦੂਰੀ ਵਿੱਚ? ਸੇਵਾ ਕਰਕੇ ਮੰਗਦੇ ਕੀ ਹੈ? ਮਹਾਰਾਜ ਆਪ ਕਿਰਪਾ ਕਰੋ, ਆਪਣੇ ਦਰੋਂ ਕਰੋ ਸਿਮਰਨ ਦੀਆਂ ਦਾਤਾਂ ਦਿਓ, ਸੇਵਾ ਦੇ ਨਾਲ ਸਿਮਰਨ ਬਖਸ਼ੋ। ਸੇਵਾ ਕਰਨ ਵਾਲੇ ਗੁਰਮੁਖਾਂ ਨੂੰ ਚਾਹੀਏ ਕਿ ਜਦੋਂ ਸੇਵਾ ਕਰਦੇ ਹਨ, ਸੇਵਾ ਕਰਨ ਵੇਲੇ ਨਾਲ ਨਾਲ ਸਿਮਰਨ ਹੋਣਾ ਚਾਹੀਦਾ ਹੈ। ਇਹ ਨਹੀਂ ਵੀ ਉਧਰੋਂ ਗੱਲਾਂ ਇਧਰੋਂ ਦੀਆਂ ਉਧਰ ਦੀਆਂ, ਉਧਰ ਸੇਵਾ ਕਰ ਰਹੇ ਆ ਨਾਲ ਇੱਧਰ ਉੱਧਰ ਦੀਆਂ ਗੱਲਾਂ ਕਰੀ ਜਾਈਏ, ਫਿਰ ਉਹ ਸੇਵਾ ਦਾ ਕੀ ਪ੍ਰਯੋਜਨ ਰਹਿ ਜਾਂਦਾ ਭਾਈ। ਸੇਵਾ ਕਰਨ ਵੇਲੇ ਯਤਨ ਕਰਨਾ ਚਾਹੀਦਾ ਵੀ ਕੋਈ ਹੋਰ ਦੁਨਿਆਵੀ ਬਚਨ ਨਾ ਕੀਤਾ ਜਾਵੇ। ਬਹੁਤ ਲੋੜ ਹੋਵੇ ਸੇਵਾ ਦੇ ਵਿੱਚ, ਸੰਦਰਭ ਦੇ ਵਿੱਚ, ਕਿ ਭਾਈ ਆਹ ਕੰਮ ਕਿਸੇ ਨਾਲ ਦੇ ਸਾਥੀ ਨੂੰ ਕਹਿਣਾ ਇਸ਼ਾਰਾ ਕਰਕੇ ਜਾਂ ਬੋਲ ਕੇ ਤਾਂ ਕਹਿ ਲਵੇ। ਯਤਨ ਕਰਨਾ ਚਾਹੀਦਾ, ਸੇਵਾ ਕਰਨ ਵੇਲੇ ਬੋਲਣਾ ਨਹੀਂ ਚਾਹੀਦਾ, ਸਿਮਰਨ ਕਰਨਾ ਚਾਹੀਦਾ, ਭਜਨ ਕਰਨਾ ਚਾਹੀਦਾ। ਕਿਉਂਕਿ ਸੇਵਾ ਤੇ ਸਿਮਰਨ ਦੋਵੇਂ ਚੀਜ਼ਾਂ ਨੇ, ਦੋਵੇਂ ਇੱਕ ਦੂਜੇ ਦੇ ਪੂਰਕ ਨੇ। ਸੇਵਾ ਬਿਨਾਂ ਸਿਮਰਨ ਨਹੀਂ ਤੇ ਸਿਮਰਨ ਬਿਨਾਂ ਸੇਵਾ ਨਹੀਂ, ਇਹ ਜਾਣ ਲੈਣਾ ਚਾਹੀਦਾ ਹੈ। ਰੱਬ ਦੇ ਪਿਆਰੇ ਮਸ਼ੱਕਤ ਕਰਦੇ, ਮਜ਼ਦੂਰੀ ਵੀ ਲੈਂਦੇ, ਆਪਣੇ ਮਾਲਕ ਦੇ ਦਰ ਘਰ ਦੇ ਕੋਲੋਂ ਮੰਗ ਕੇ ਲੈ ਲੈਂਦੇ ਹਨ। ਨਾਨਕ ਪੁਰ ਦਰ ਵੇ ਪਰਵਾਹ, ਤੋ ਦਰ ਊਣਾ ਨਾਹੇ ਕੋ ਸੱਚਾ ਵੇ ਪਰਵਾਹੋ। ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਕਹਿੰਦੇ ਮੇਰੇ ਮਾਲਕ ਦੇ ਦਰ ਜਿਹੜਾ ਹੈ ਨਾ, ਮੇਰੇ ਮਾਲਕ ਦਾ ਦਰ ਉਹ ਵੇ ਪਰਵਾਹ ਦਾ ਦਰ ਹੈ। ਉਹ ਕਿਸੇ ਦੀ ਪਰਵਾਹ ਨਹੀਂ ਕਰਦਾ, ਕੋਈ ਖੱਬੀ ਖਾਂ ਟੁਰਿਆ ਫਿਰੇ। ਵੇ ਪਰਵਾਹ ਹੈ, ਬੇਮੁਹਤਾਜ ਹੈ ਨਾ, ਮੁਤਾਜੀ ਥੋੜੀ ਹੈ ਕਿਸੇ ਦੀ ਮੇਰੇ ਸਾਹਿਬ ਨੂੰ। ਤਉ ਦਰ ਊਣਾ ਨਾਹੇ ਕੋ। ਮਹਾਰਾਜ ਤੁਹਾਡੇ ਦਰ ਤੋਂ ਕੋਈ ਊਣਾ ਨਹੀਂ ਜਾਂਦਾ, ਕੋਈ ਖਾਲੀ ਨਹੀਂ ਜਾਂਦਾ। ਤੁਹਾਡੇ ਦਰ ਵਿੱਚ ਮਹਾਰਾਜ ਜੀ ਕਿਤੇ ਕਿਸੇ ਪ੍ਰਕਾਰ ਦੀ ਕੋਈ ਊਣਤਾਈ ਹੈ ਹੀ ਨਹੀਂ। ਮੇਰੇ ਸਾਹਿਬ ਦਾ ਦਰ ਪੂਰੇ ਦਾ ਦਰ ਹੈ, ਸੱਚੇ ਦਾ ਬੇਪਰਵਾਹ ਤੇ ਬੇਮੁਹਤਾਜ ਦਾ ਦਰ ਹੈ। ਇੱਥੇ ਕੋਈ ਊਣਤਾਈ ਨਹੀਂ। ਊਣਤਾਈਆਂ ਲੱਭਣ ਵਾਲੇ ਲੱਭਦੇ ਹਨ। ਉਹਨਾਂ ਦੀ ਵਿਰਤੀ ਪਰਮੇਸ਼ਰ ਨੇ ਐਸੀ ਬਣਾਈ ਹੈ, ਉਹਨਾਂ ਨੇ ਲੱਭ ਹੀ ਲੈਣੀ ਹੈ। ਇੱਥੋਂ ਚਾਦਰ ਠੀਕ ਨਹੀਂ, ਇੱਥੋਂ ਆਹ ਚੀਜ਼ ਮੈਲੀ ਹੈ, ਇੱਥੇ ਆਹ ਚੰਗਾ ਨਹੀਂ, ਉਹਨਾਂ ਨੇ ਲੱਭਣਾ ਹੈ, ਲੱਭ ਲੈਣ ਭਾਈ। ਪਰ ਮੇਰੇ ਮਾਲਕ ਦੇ ਦਰ ਘਰ ਦੇ ਵਿੱਚ ਕੋਈ ਊਣਤਾਈ ਨਹੀਂ। ਉਹ ਤੇ ਬਰਕਤਾਂ ਦੇ ਭਰੇ ਖਜ਼ਾਨੇ ਨੇ। ਦ੍ਰਿਸ਼ਟੀ ਹੋਣੀ ਚਾਹੀਦੀ ਹੈ, ਲੈਣ ਵਾਲੇ ਦੀ ਭਾਵਨਾ ਹੋਣੀ ਚਾਹੀਦੀ ਹੈ। ਬੇਮੁਹਤਾਜ ਦਾ ਦਰ ਹੈ ਇਹ, ਬੇਮੁਹਤਾਜ ਦਾ, ਜਿਸ ਨੂੰ ਕਿਸੇ ਦੀ ਮੁਤਾਜੀ ਨਹੀਂ। ਸਵਤੰਤਰ ਹੈ ਜੋ ਪਰਤੰਤਰ ਨਹੀਂ ਹੈ। ਮਹੱਲਾ ਪਹਿਲਾ। ਪਹਿਲੇ ਪਾਤਸ਼ਾਹ ਜਗਤ ਗੁਰੂ ਬਾਬਾ ਜੀ ਉਚਾਰਦੇ ਹਨ, ਉਜਲ ਮੋਤੀ ਸੋਹਣੇ ਰਤਨਾ ਨਾਲ ਜੁੜਾਨਾ। ਆਹ ਕਹਿੰਦੇ ਕਿੰਨੇ ਸੋਹਣੇ ਉਜਲ ਮੋਤੀਆਂ ਵਰਗੇ ਦੰਦ ਨੇ ਬੰਦੇ ਦੇ ਮੂੰਹ 'ਚ ਰੱਬ ਨੇ ਬਣਾਏ ਨੇ।
ਰਤਨਾਂ ਵਰਗੀਆਂ ਅੱਖਾਂ ਇਹਦੇ ਤਨ ਦੇ ਨਾਲ ਜੁੜੀਆਂ ਹੋਈਆਂ ਨੇ। ਰਤਨ ਵੀ ਇਦਾਂ ਹੀ ਚਮਕਦੇ ਆ ਨਾ ਜਿਵੇਂ ਅੱਖਾਂ ਚਮਕਦੀਆਂ ਨੇ। ਕਹਿੰਦੇ ਮੋਤੀਆਂ ਵਰਗੇ ਸੋਹਣੇ ਦੰਦ ਇਹਦੇ ਮੂੰਹ ਵਿੱਚ ਉਜਲ ਹੋ ਕੇ ਚਮਕਦੇ ਨੇ, ਵਿੱਚ ਫਿੱਟ ਕੀਤੇ ਵਾਹਿਗੁਰੂ ਨੇ ਪਰਮੇਸ਼ਰ ਨੇ। ਕੀਮਤੀ ਰਤਨਾਂ ਵਰਗੀਆਂ ਅੱਖਾਂ ਉਹ ਇਹਦੇ ਨੇਤਰਾਂ ਦੇ ਵਿੱਚ, ਇਹਦੇ ਤਨ ਦੇ ਵਿੱਚ ਜੜੀਆਂ ਹੋਈਆਂ ਨੇ। ਤਿਨ ਜਰ ਵੈਰੀ ਨਾਨਕਾ ਜੇ ਬੁੱਢੇ ਥੀਏ ਮਰਨ। ਕਹਿੰਦੇ ਜਿਹੜੇ ਮੋਤੀਆਂ ਵਰਗੇ ਉਜਵਲ ਦੰਦ ਤੇ ਰਤਨਾਂ ਵਰਗੀਆਂ ਕੀਮਤੀ ਰਤਨਾਂ ਵਰਗੇ ਨੇਤਰ, ਇਹਨਾਂ ਦਾ ਵੈਰੀ ਹੈ ਬੁਢੇਪਾ। ਬੁਢੇਪਾ ਇਹਨਾਂ ਦਾ ਵੈਰੀ ਹੈ ਨਾ। ਉਜਲ ਮੋਤੀਆਂ ਵਰਗੇ ਦੰਦ ਬੁਢੇਪੇ ਕਰਕੇ ਝੜਨੇ ਸ਼ੁਰੂ ਹੋ ਜਾਂਦੇ ਆ। ਰਤਨਾਂ ਵਰਗੀਆਂ ਸੋਹਣੀਆਂ ਅੱਖਾਂ ਦੇ ਵਿੱਚੋਂ ਦਿਸਣਾ ਦੀ ਰੋਸ਼ਨੀ ਘਟ ਜਾਂਦੀ ਹੈ, ਨੇਤਰਾਂ ਚੋਂ ਪਾਣੀ ਵਹਿਣ ਲੱਗ ਪੈਂਦਾ। ਤਿੰਨ ਜਰ ਵੈਰੀ ਨਾਨਕਾ, ਧੰਨ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਬੁਢੇਪਾ ਇਹਨਾਂ ਦਾ ਵੈਰੀ ਹੈ। ਜੇ ਬੁੱਢੇ ਥੀਏ ਮਰਨ, ਕਹਿੰਦੇ ਜਦੋਂ ਬੁੱਢੇ ਹੋਏ ਤੇ ਮਰ ਗਏ। ਪਰ ਇਹ ਕੀਮਤੀ ਸਰੀਰ ਜਿਸ ਵਾਹਿਗੁਰੂ ਨੇ ਵਿਧਾਤੇ ਨੇ ਦਿੱਤਾ ਸੀ, ਜਿਹਨੇ ਕੀਮਤੀ ਰਤਨਾਂ ਵਰਗੇ ਨੇਤਰ ਬਖਸ਼ੇ ਸਨ, ਜਿਹਨੇ ਉਜਵਲ ਮੋਤੀਆਂ ਵਰਗੇ ਦੰਦ ਪ੍ਰਦਾਨ ਕੀਤੇ ਸਨ, ਇਹਨੇ ਕਦੇ ਉਹਨੂੰ ਯਾਦ ਨਹੀਂ ਕੀਤਾ, ਉਹਦਾ ਕਦੇ ਸ਼ੁਕਰ ਨਹੀਂ ਕੀਤਾ। ਪੌੜੀ ਹਰ ਸਾਲਾਹੀ ਸਦਾ ਸਦਾ, ਤਨ ਮਨ ਸੌਪ ਸਰੀਰ। ਧੰਨ ਗੁਰੂ ਅਮਰਦਾਸ ਜੀ ਮਹਾਰਾਜ ਜੀ ਪੌੜੀ ਉਚਾਰਦੇ ਨੇ ਕਿ ਹਰੀ ਨੂੰ ਸਲਾਹੋ ਸਦਾ ਸਦਾ, ਤਨ ਤੇ ਮਨ ਆਪਣਾ ਮਾਲਕ ਦੇ ਚਰਨਾਂ 'ਚ ਸੌਂਪ ਕੇ, ਸਰੀਰ ਵੀ ਸੌਂਪ ਕੇ ਉਹਨੂੰ ਸਲਾਹੋ, ਉਸ ਕਰਤੇ ਦੀ ਸ਼ਲਾਘਾ ਕਰੋ। ਗੁਰ ਸ਼ਬਦੀ ਸੱਚ ਪਾਇਆ, ਸੱਚਾ ਗਹਿਰ ਗੰਭੀਰ। ਗੁਰੂ ਦੇ ਸ਼ਬਦ ਦੁਆਰਾ ਸੱਚ ਦੀ ਪ੍ਰਾਪਤੀ ਹੁੰਦੀ ਆ। ਉਹ ਵਾਹਿਗੁਰੂ ਸੱਚਾ ਹੈ, ਗਹਿਰ ਹੈ, ਗੰਭੀਰ ਡੂੰਘਾ ਹੈ। ਮਨ ਤਨ ਹਿਰਦੈ ਰਵ ਰਹਿਆ, ਹਰ ਹੀਰਾ ਹੀਰ। ਮਨ ਤਨ ਤੇ ਹਿਰਦੇ ਵਿੱਚ ਰਮ ਰਿਹਾ ਮੇਰਾ ਉਹ ਹਰੀ, ਹੀਰਿਆਂ ਵਿੱਚੋਂ ਹੀਰਾ ਹੈ, ਹੀਰਿਆਂ ਵਿੱਚੋਂ ਕੀਮਤੀ ਸਿਰਮੌਰ ਹੀਰਾ ਹੈ। ਜਨਮ ਮਰਨ ਕਾ ਦੁੱਖ ਗਿਆ, ਫਿਰ ਪਵੈ ਨਾ ਫੀਰ। ਜਿਨ੍ਹਾਂ ਨੇ ਉਹਨੂੰ ਆਰਾਧਿਆ, ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਆ, ਉਹਨਾਂ ਦੇ ਜਨਮ ਮਰਨ ਦਾ ਦੁੱਖ ਕੱਟਿਆ ਗਿਆ। ਉਹਨਾਂ ਨੂੰ ਮੁੜ ਕੇ ਸੰਸਾਰ 'ਚ ਫੀਰ ਕਹੀਏ, ਫੇਰਾ ਨਹੀਂ ਪਾਉਣਾ ਪੈਂਦਾ। ਉਹਨਾਂ ਦਾ ਜਨਮ ਤੇ ਮਰਨ ਮੇਰੇ ਮਾਲਕ ਨੇ ਕੱਟ ਦਿੱਤਾ, ਨਿਵਾਰ ਦਿੱਤਾ। ਨਾਨਕ ਨਾਮ ਸਲਾਹੇ ਤੂ, ਹਰ ਗੁਣੀ ਗਹੀਰ। ਗੁਰੂ ਅਮਰਦਾਸ ਤੀਸਰੇ ਪਾਤਸ਼ਾਹ ਪੌੜੀ ਦੀ ਸਮਾਪਤੀ ਕਰਦਿਆਂ, 10ਵੀਂ ਪੌੜੀ ਦੀ ਸਮਾਪਤੀ ਕਰਦਿਆਂ ਕਹਿੰਦੇ, ਵਾਹਿਗੁਰੂ ਉਹਦੇ ਨਾਮ ਨੂੰ ਸਲਾਹੀਏ, ਤੂੰ ਹੀ ਗੁਣਾਂ ਦਾ ਮਾਲਕ ਹੈ, ਗੁਣਾਂ ਦਾ ਡੂੰਘਾ ਸਮੁੰਦਰ ਹੈ। ਜਿਸ ਦੀ ਆਰਾਧਨਾ ਕੀਤਿਆਂ ਜਨਮ ਤੇ ਮਰਨ ਦਾ ਦੁੱਖ ਕੱਟਿਆ ਜਾਂਦਾ, ਮੁੜ ਕੇ ਸੰਸਾਰ 'ਚ ਫੇਰਾ ਨਹੀਂ ਪਾਉਣਾ ਪੈਂਦਾ। ਬਹੁਰ ਹਮ ਕਾਹੇ ਆਵੇਂਗੇ, 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 ਬਹੁਰ ਹਮ ਕਾਹੇ ਆਵੇਂਗੇ। ਵਾਹਿਗੁਰੂ ਵਾਹਿਗੁਰੂ, 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 ਵਾਹਿਗੁਰੂ ਵਾਹਿਗੁਰੂ,
ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।